ਆਪਾਂ ਗੱਲ ਕੀਤੀ ਹੈ ਉਹਨਾਂ ਵਿਦਿਆਰਥੀਆਂ ਦੀ ਜਿਹੜੇ ਕਿ ਆਪਣੇ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਕਰਕੇ ਭਾਰਤ ਵਾਪਸ ਆਉਂਦੇ ਆ ਤੇ ਕੋਵਿਡ ਦੇ ਕਰਕੇ ਉਹ ਸਟਕ ਹੋ ਜਾਂਦੇ ਆ। ਪਰ ਹੁਣ ਜਿਹੜਾ ਗੱਲ ਇਹ ਚੱਲਦੀ ਵੀ ਇਹ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਹੋਵੇਗਾ ਚੰਡੀਗੜ੍ਹ ਦੇ ਵਿੱਚ ਬਹੁਤਾਤ ਉਹਨਾਂ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ, ਰੋਸ ਪ੍ਰਦਰਸ਼ਨ ਕੀਤਾ ਗਿਆ ਵੀ ਸਾਡਾ ਕਸੂਰ ਕੀ ਹੈ, ਸਾਨੂੰ ਦੁਆਰੇ ਐਂਟਰੀ ਨਿਊਜ਼ੀਲੈਂਡ ਸਰਕਾਰ ਨਹੀਂ ਦੇ ਰਹੀ। ਤੁਸੀਂ ਕੀ ਕਾਰਨ ਮੰਨਦੇ ਹੋ? ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਕਹਿ ਲਓ ਪਲੱਸ ਜਿਹੜੇ ਆਪਾਂ ਤੁਸੀਂ ਗੱਲ ਕੀਤੀ ਹੈ ਵਰਕ ਵੀਜ਼ਾ ਹੋਲਡਰਸ, ਉਹ ਓਪਨ ਵਰਕ ਵੀਜ਼ਾ ਹੋਲਡਰਸ ਹੈ ਕਿਉਂਕਿ ਜਦੋਂ ਸਟੂਡੈਂਟਸ ਇੱਥੇ ਆਉਂਦੇ ਉਸ ਤੋਂ ਬਾਅਦ ਉਹਨਾਂ ਨੂੰ 1 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਹੈ। ਤੇ ਬਹੁਤ ਸਾਰੇ ਇੱਦਾਂ ਦੇ ਵੀ ਓਪਨ ਵਰਕ ਵੀਜ਼ਾ ਹੋਲਡਰਸ ਸੀਗੇ ਜਿਨ੍ਹਾਂ ਨੂੰ 3 ਸਾਲ ਦਾ ਵੀਜ਼ਾ ਮਿਲਿਆ ਸੀਗਾ ਓਪਨ, ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਵੀਜ਼ਾਸ ਹੁੰਦੇ ਆ। ਸੋ ਜਦੋਂ ਗਵਰਨਮੈਂਟ ਨੇ ਅਨਾਉਂਸ ਕੀਤਾ ਕਿ ਬਾਰਡਰਸ ਕਲੋਜ਼ਰ ਆ ਬਟ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ। ਸੋ ਉਹਨਾਂ ਦਾ ਨਾਮ ਲਿਸਟ 'ਚ ਨਹੀਂ ਸੀਗਾ ਕਿਸੇ ਵੀ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਹੋਲਡਰਸ। ਇਹਨਾਂ ਨੇ ਸਿਰਫ ਆਪਣੇ ਸਿਟੀਜ਼ਨਸ ਨੂੰ ਹੀ ਵਾਪਸ ਬੁਲਾਇਆ, ਇਹਨਾਂ ਨੇ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਵਾਪਸ ਨਹੀਂ ਬੁਲਾਇਆ। ਤੇ ਇਹ ਬਿਲਕੁਲ ਸਰਾਸਰ ਉਹਨਾਂ ਨਾਲ ਧੱਕਾ ਆ ਕਿਉਂਕਿ ਉਹਨਾਂ ਦਾ ਇਹ ਰਾਈਟ ਆ। ਤੁਸੀਂ ਨਿਊਜ਼ੀਲੈਂਡ 'ਚ ਬੈਠ ਕੇ ਇਹ ਗੱਲ ਕਹਿ ਰਹੇ ਹੋ ਵੀ ਧੱਕਾ ਕਰਦੀ ਵੀ ਹੈ ਤੁਹਾਡੀ ਸਰਕਾਰ? ਬਿਲਕੁਲ ਮੈਂ ਕਹੂੰਗੀ ਧੱਕਾ ਕਰ ਰਹੀ ਹੈ। ਮੇਰੇ ਕੋਲ ਪਿਛਲੇ ਸਾਲ ਦਾ ਇੱਕ ਡਾਟਾ ਸੀਗਾ ਜਿਹਦੇ 'ਚ ਅਰਾਊਂਡ 1700 ਇੰਟਰਨੈਸ਼ਨਲ ਸਟੂਡੈਂਟ ਸੀਗੇ ਜਿਨ੍ਹਾਂ ਦਾ ਵੀਜ਼ਾ ਵੀ ਆਲਰੇਡੀ ਖਤਮ ਹੋ ਗਿਆ ਤੇ ਉਹਨਾਂ ਨੂੰ ਇਹ ਵੀ ਆਨਸਰ ਨਹੀਂ ਮਿਲਿਆ ਕਿ ਉਹਨਾਂ ਦਾ ਵੀਜ਼ਾ ਐਕਸਟੈਂਡ ਹੋਏਗਾ ਜਾਂ ਉਹਨਾਂ ਦਾ ਕੀ ਬਣੇਗਾ। ਸੋ ਉਹਨਾਂ ਕੋਲ ਕੋਈ ਵੀ ਆਨਸਰ ਨਹੀਂ ਹੈ ਕਿ ਉਹਨਾਂ ਨੇ ਜੋ ਇੱਥੇ ਇਨਵੈਸਟਮੈਂਟ ਕੀਤੀ, ਜੋ ਇੱਥੇ ਟਾਈਮ ਸਪੈਂਡ ਕੀਤਾ, ਨੋ ਆਨਸਰ। ਤੁਸੀਂ ਗੱਲ ਕੀਤੀ ਰਾਈਟਸ ਦੀ ਵੀ ਉਹਨਾਂ ਦਾ ਰਾਈਟ ਸੀ ਕਿ ਜਿਹੜੀ ਇੱਥੋਂ ਦੀ ਨਿਊਜ਼ੀਲੈਂਡ ਸਰਕਾਰ ਹੈ ਉਹਨੂੰ ਨਹੀਂ ਪਤਾ ਵੀ ਉਹਨਾਂ ਦੇ ਰਾਈਟਸ ਨੇ, ਉਹਨਾਂ ਦੇ ਰਾਈਟਸ ਦਾ ਜਿਹੜਾ ਹੈ ਘਾਣ ਹੋ ਰਿਹਾ ਇਸ ਵੇਲੇ ਜੇ ਅਸੀਂ ਮੰਨੀਏ ਨਿਊਜ਼ੀਲੈਂਡ ਸਰਕਾਰ ਕਰਦੀ ਪਈ ਹੈ। ਤੁਸੀਂ ਇਸ ਦੇ ਬਾਬਤ ਮੰਨਦੇ ਹੋ ਵੀ ਜੇ ਵੀ ਉਹਨਾਂ ਵੱਲੋਂ ਬਾਰ-ਬਾਰ ਅਪੀਲਾਂ ਕੀਤੀਆਂ ਜਾ ਰਹੀਆਂ? ਕਈ ਤਾਂ ਮੈਂ ਇਹ ਵੀ ਸੁਣਿਆ ਵੀ ਇੱਥੋਂ ਦੇ ਬੌਰਨ ਬੱਚੇ ਵੀ ਹੈ ਉਹ ਜਦੋਂ ਆਪਣੇ ਛੋਟੇ ਬੇਬੀਜ਼ ਨੂੰ ਨਾਲ ਲੈ ਕੇ ਜਾਂਦੇ ਆ ਉਹਨਾਂ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ। ਬਟ ਗਵਰਨਮੈਂਟ ਦਾ ਸਿਰਫ ਇੱਕ ਹੀ ਹੈ ਕਿ ਕੋਵਿਡ ਆ, ਇਸ ਕਰਕੇ ਅਸੀਂ ਕੋਈ ਵੀ ਅਨਾਉਂਸਮੈਂਟ ਨਹੀਂ ਕਰ ਸਕਦੇ। ਬਟ ਉਹ ਸਿਰਫ ਇੱਕ ਅਸ਼ੋਰੈਂਸ ਮੰਗ ਰਹੇ ਆ। ਬਹੁਤ ਵਾਰ ਉਹਨਾਂ ਨੇ ਈਮੇਲਸ ਕੀਤੀਆਂ, ਕੋਈ ਈਮੇਲ ਦਾ ਜਵਾਬ ਨਹੀਂ, ਕੋਈ ਉਹਨਾਂ ਨੂੰ ਜਵਾਬ ਮਿਲ ਹੀ ਨਹੀਂ ਰਿਹਾ। ਸੋ ਹੈ ਤੇ ਉਹਨਾਂ ਦਾ ਰਾਈਟ ਆ ਬਟ ਬਿਲਕੁਲ ਕਿਉਂਕਿ ਉਹ ਇੱਦਾਂ ਤਾਂ ਕੁਛ ਮੰਗ ਨਹੀਂ ਰਹੇ ਸੋ ਉਹਨਾਂ ਦਾ ਰਾਈਟ ਉਹਨਾਂ ਨੂੰ ਨਹੀਂ ਮਿਲ ਰਿਹਾ। ਕੁਝ ਐਸੋਸੀਏਸ਼ਨਸ ਹੈਗੀਆਂ ਉਹ ਰੈਗੂਲਰਲੀ ਪ੍ਰੋਟੈਸਟ ਕਰ ਰਹੇ ਆ, ਬਹੁਤ ਵੱਡੇ ਲੈਵਲ ਤੇ ਉਹ ਪ੍ਰੋਟੈਸਟ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਤਾਂ ਬਿਲਕੁਲ ਸਰਕਾਰ ਤੱਕ ਪਹੁੰਚ ਰਹੀ ਆ। ਬਟ ਡਿਸਅਪਾਇੰਟਮੈਂਟ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ। ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਤੁਹਾਨੂੰ ਲੱਗਦਾ ਵੀ ਜੇ ਭਾਰਤ ਸਰਕਾਰ ਕੋਸ਼ਿਸ਼ ਕਰੇ ਇਸ ਵਿਸ਼ੇ ਦੇ ਇਸ ਮੁੱਦੇ ਨੂੰ ਚੱਕੇ ਤਾਂ ਇਹਦਾ ਹੱਲ ਹੋ ਸਕਦਾ? ਟੂ ਬੀ ਓਨੈਸਟ ਭਾਰਤ ਸਰਕਾਰ ਤੇ ਵੀ ਕੋਈ ਐਡੀ ਉਮੀਦ ਨਹੀਂ ਉਹਨਾਂ ਤੋਂ ਵੀ ਹੈਗੀ। ਤੁਸੀਂ ਭਰੋਸਾ ਰੱਖੋ ਤੇ ਇੱਕ ਆਪਣੀ ਆਸ ਵੀ ਬਣਾਈ ਰੱਖੋ। ਇੱਕ ਉਮੀਦ ਨਹੀਂ ਟੁੱਟਣੀ ਚਾਹੀਦੀ, ਉਮੀਦ ਆਪਣੀ ਬਣੀ ਰਹਿਣੀ ਚਾਹੀਦੀ ਹੈ ਕਿਉਂਕਿ ਸਾਨੂੰ ਹਾਲੇ ਨਾ ਨਹੀਂ ਹੋਈ ਜੀ। ਇਹ ਠੀਕ ਹੈ ਕਿ ਉਹਨਾਂ ਨੇ ਕੋਈ ਅਨਾਉਂਸਮੈਂਟ ਨਹੀਂ ਕੀਤੀ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਸਾਨੂੰ ਨਾ ਵੀ ਨਹੀਂ ਹੋਈ। ਸੋ ਇਸ ਕਰਕੇ ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਬਿਲਕੁਲ। ਤੇ ਬਿਲਕੁਲ ਮੈਂ ਅੰਡਰਸਟੈਂਡ ਕਰਦੀ ਹਾਂ ਕਿ ਬਹੁਤ ਸਾਰੇ ਸਟ੍ਰੈਸ ਦੇ ਵਿੱਚੋਂ ਉਹ ਲੰਘ ਰਹੇ ਨੇ ਤੇ ਨੈਗੇਟਿਵ ਥਾਟਸ ਆਉਂਦੇ ਆ ਬਟ ਉਹ ਨੈਗੇਟਿਵ ਥਾਟਸ ਨਹੀਂ ਆਉਣੇ ਚਾਹੀਦੇ। ਅਸੀਂ ਤੁਹਾਡੇ ਨਾਲ ਆ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਹਰਪਾਲ ਸਿੰਘ ਸੁਨਾ। ਅਸੀਂ ਗੱਲ ਕਰਦੇ ਹਾਂ ਉਹਨਾਂ ਮੁੱਦਿਆਂ ਦੀ ਜਿਨ੍ਹਾਂ ਦਾ ਸਰੋਕਾਰ, ਜਿਨ੍ਹਾਂ ਦਾ ਸਿੱਧਾ ਸੰਬੰਧ ਸਾਡੇ ਨਾਲ, ਸਾਡੇ ਭਾਈਚਾਰੇ ਨਾਲ ਹੁੰਦਾ ਹੈ। ਤੇ ਅੱਜ ਅਸੀਂ ਇੱਕ ਐਸੇ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਨੌਜਵਾਨ ਸਾਡੇ ਬੱਚੇ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਕਰਨ ਜਾਂਦੇ ਆ। ਪੜ੍ਹਾਈ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਤੇ ਉਹ ਆਪਣੇ ਕਿਸੇ ਕਾਰਨਵਸ਼ ਜਦੋਂ ਉਹਨਾਂ ਨੂੰ ਆਪਣੇ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਦੇ ਕਰਕੇ ਇੰਡੀਆ ਆਉਣਾ ਪੈਂਦਾ ਹੈ ਤੇ ਕੋਵਿਡ ਦੇ ਦੌਰਾਨ ਉਹ ਸਟਕ ਹੋ ਜਾਂਦੇ ਆ। ਉਹਨਾਂ ਦੀ ਗਿਣਤੀ ਵੀ 700-800 ਦੇ ਕਰੀਬ ਹੈ। ਪਿਛਲੇ ਉਹ 1 ਸਾਲ ਤੋਂ ਕਾਫੀ ਮੁਸ਼ੱਕਤ ਕਰਦੇ ਪਏ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣੇ ਮੁਲਕ ਦੁਆਰੇ ਯਾਨੀ ਕਿ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਕੰਮ ਕਰ ਸਕਣ ਕਿਉਂਕਿ ਉਹਨਾਂ ਕੋਲ ਉੱਥੋਂ ਦਾ ਵਰਕ ਪਰਮਿਟ ਹੈ ਪਰ ਉਹਨਾਂ ਨੂੰ ਉੱਥੋਂ ਦੀ ਸਰਕਾਰ ਪਰਮਿਸ਼ਨ ਨਹੀਂ ਦੇ ਰਹੀ। ਇਸ ਮੁੱਦੇ ਦੀ ਬਾਬਤ ਅੱਜ ਅਸੀਂ ਗੱਲ ਕਰਦੇ ਹਾਂ ਉੱਥੋਂ ਦੇ ਇੰਪੀਰੀਅਲ ਕਾਲਜ ਦੇ ਪ੍ਰਿੰਸੀਪਲ ਮੈਡਮ ਕਮਲਪ੍ਰੀਤ ਕੌਰ ਦੇ ਨਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ। ਪੰਜਾਬੀ ਲੋਕ ਚੈਨਲ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਬਹੁਤ ਧੰਨਵਾਦ ਜੀ। ਜੀ ਭੈਣ ਜੀ, ਜਿਵੇਂ ਆਪਾਂ ਤੁਹਾਨੂੰ ਸੁਣ ਲਿਆ ਹੋਵੇਗਾ, ਆਪਾਂ ਗੱਲ ਕੀਤੀ ਹੈ ਉਹਨਾਂ ਵਿਦਿਆਰਥੀਆਂ ਦੀ ਜਿਹੜੇ ਕਿ ਆਪਣੇ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਕਰਕੇ ਭਾਰਤ ਵਾਪਸ ਆਉਂਦੇ ਆ ਤੇ ਕੋਵਿਡ ਦੇ ਕਰਕੇ ਉਹ ਸਟਕ ਹੋ ਜਾਂਦੇ ਆ। ਪਰ ਹੁਣ ਜਿਹੜਾ ਗੱਲ ਇਹ ਚੱਲਦੀ ਵੀ ਇਹ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਹੋਵੇਗਾ, ਚੰਡੀਗੜ੍ਹ ਦੇ ਵਿੱਚ ਬਹੁਤਾਤ ਉਹਨਾਂ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ, ਰੋਸ ਪ੍ਰਦਰਸ਼ਨ ਕੀਤਾ ਗਿਆ ਵੀ ਸਾਡਾ ਕਸੂਰ ਕੀ ਹੈ, ਸਾਨੂੰ ਦੁਆਰੇ ਐਂਟਰੀ ਨਿਊਜ਼ੀਲੈਂਡ ਸਰਕਾਰ ਨਹੀਂ ਦੇ ਰਹੀ। ਤੁਸੀਂ ਕੀ ਕਾਰਨ ਮੰਨਦੇ ਹੋ ਜੀ ਦੇਖੋ, ਇਹਦਾ ਕਾਰਨ ਹੈ ਕਿ ਪਿਛਲੇ ਸਾਲ ਜਦੋਂ ਇੱਥੋਂ ਦੀ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਬਾਰਡਰ ਕਲੋਜ਼ਰਸ, ਪਿਛਲੇ ਸਾਲ ਮਾਰਚ ਦੀ ਗੱਲ ਹੈ, ਉਦੋਂ ਬਹੁਤ ਸਾਰੇ ਇਦਾਂ ਦੇ ਸੀਗੇ ਸਟੂਡੈਂਟਸ, ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਕਹਿ ਲਓ, ਪਲੱਸ ਜਿਹੜੇ ਆਪਾਂ ਤੁਸੀਂ ਗੱਲ ਕੀਤੀ ਹੈ ਵਰਕ ਵੀਜ਼ਾ ਹੋਲਡਰਸ, ਉਹ ਓਪਨ ਵਰਕ ਵੀਜ਼ਾ ਹੋਲਡਰਸ ਹੈ, ਕਿਉਂਕਿ ਜਦੋਂ ਸਟੂਡੈਂਟਸ ਇੱਥੇ ਆਉਂਦੇ ਉਸ ਤੋਂ ਬਾਅਦ ਉਹਨਾਂ ਨੂੰ 1 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਹੈ। ਤੇ ਬਹੁਤ ਸਾਰੇ ਇਦਾਂ ਦੇ ਵੀ ਓਪਨ ਵਰਕ ਵੀਜ਼ਾ ਹੋਲਡਰਸ ਸੀਗੇ ਜਿਨ੍ਹਾਂ ਨੂੰ 3 ਸਾਲ ਦਾ ਵੀਜ਼ਾ ਮਿਲਿਆ ਸੀਗਾ ਓਪਨ, ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਵੀਜ਼ਾਸ ਹੁੰਦੇ ਆ। ਸੋ ਜਦੋਂ ਗਵਰਨਮੈਂਟ ਨੇ ਅਨਾਉਂਸ ਕੀਤਾ ਕਿ ਬਾਰਡਰਸ ਕਲੋਜ਼ਰ ਆ, ਬਟ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ। ਸੋ ਉਹਨਾਂ ਦਾ ਨਾਮ ਲਿਸਟ 'ਚ ਨਹੀਂ ਸੀਗਾ ਕਿਸੇ ਵੀ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਹੋਲਡਰਸ। ਇਹਨਾਂ ਨੇ ਸਿਰਫ ਆਪਣੇ ਸਿਟੀਜ਼ਨਸ ਨੂੰ ਹੀ ਵਾਪਸ ਬੁਲਾਇਆ, ਇਹਨਾਂ ਨੇ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਵਾਪਸ ਨਹੀਂ ਬੁਲਾਇਆ। ਇੱਥੋਂ ਤੱਕ ਕਿ ਬਹੁਤ ਸਾਰੇ ਇਦਾਂ ਦੇ ਵੀ ਲੋਕਾਂ ਨਾਲ ਗੱਲਬਾਤ ਹੋਈ ਜਿਨ੍ਹਾਂ ਦੀ ਰੈਜ਼ੀਡੈਂਸੀ ਹੋ ਗਈ ਸੀਗੀ, ਬਟ ਕਿਉਂਕਿ ਉਹਨਾਂ ਨੇ ਐਜ਼ ਏ ਰੈਜ਼ੀਡੈਂਟ ਫਸਟ ਟਾਈਮ ਨਿਊਜ਼ੀਲੈਂਡ 'ਚ ਟਰੈਵਲ ਕਰਨਾ ਸੀਗਾ, ਉਹ ਵੀ ਨਹੀਂ ਆ ਸਕੇ। ਤੇ ਇਹ ਬਿਲਕੁਲ ਸਰਾਸਰ ਉਹਨਾਂ ਨਾਲ ਧੱਕਾ ਆ, ਕਿਉਂਕਿ ਉਹਨਾਂ ਦਾ ਇਹ ਰਾਈਟ ਆ ਕਿ ਹੈਗੇ ਤੇ ਉਹ ਟੈਂਪਰੇਰੀ ਵੀਜ਼ਾ ਹੋਲਡਰਸ ਹੈ, ਬਟ ਉਹਨਾਂ ਦਾ ਇਹ ਰਾਈਟ ਹੈ। ਉਹ ਇੱਥੇ ਆ ਕੇ ਉਹਨਾਂ ਨੇ ਸਟੱਡੀ ਕੀਤੀ, ਸਟੱਡੀ ਦੇ ਵਿੱਚ ਇਨਵੈਸਟਮੈਂਟ ਕੀਤੀ, ਪਲੱਸ ਇੱਥੋਂ ਦੀ ਗਵਰਨਮੈਂਟ ਜਦੋਂ ਆਪਣੀ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਮਾਰਕੀਟ ਕਰਦੇ ਆ ਤੇ ਉਹ ਇਹੀ ਕਰਦੇ ਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਵੀਜ਼ਾ ਮਿਲੇਗਾ, ਪਲੱਸ ਪਾਥਵੇ ਟੂ ਰੈਜ਼ੀਡੈਂਸੀ ਐਜ਼ ਵੈਲ। ਤੇ ਇਹ ਉਹਨਾਂ ਦਾ ਰਾਈਟ ਸੀਗਾ ਵਾਪਸ ਆਉਣ ਦਾ। ਐਂਡ ਸਮੇਂ-ਸਮੇਂ ਤੇ ਸਰਕਾਰ ਨੇ ਕੁਝ ਅਨਾਉਂਸਮੈਂਟਸ ਇਮੀਗ੍ਰੇਸ਼ਨਸ ਨੇ ਕੀਤੀਆਂ, ਜਿਨ੍ਹਾਂ ਦੇ ਵਿੱਚ ਸੀਗੇ ਇਸੈਂਸ਼ੀਅਲ ਸਕਿੱਲ ਵੀਜ਼ਾ ਹੋਲਡਰਸ, ਕਿ ਜੇ ਤੁਹਾਡੇ ਕੋਲ ਜੌਬ ਹੈ, ਇੰਪਲੋਇਰ ਸਪੋਰਟਡ ਤੁਹਾਡਾ ਵੀਜ਼ਾ ਆ ਤੇ ਤੁਸੀਂ ਵਾਪਸ ਆ ਸਕਦੇ ਹੋ। ਤੇ ਉਹਨਾਂ 'ਚ ਕੁਝ ਲੋਕਾਂ ਨੇ ਅਪਲਾਈ ਕੀਤਾ, ਉਹ ਆ ਵੀ ਗਏ, ਪਰ ਜ਼ਿਆਦਾ ਲੋਕ ਉਹ ਸੀਗੇ ਜਿਨ੍ਹਾਂ ਕੋਲ ਓਪਨ ਵਰਕ ਵੀਜ਼ਾ ਸੀਗਾ, ਪੋਸਟ ਸਟੱਡੀ ਵਰਕ ਵੀਜ਼ਾ ਅਸੀਂ ਕਹਿ ਸਕਦੇ ਹਾਂ, ਤੇ ਉਹਨਾਂ ਵਾਸਤੇ ਹਾਲੇ ਤੱਕ ਕੋਈ ਅਨਾਉਂਸਮੈਂਟ ਨਹੀਂ ਆਈ। ਮੇਰੇ ਕੋਲ ਪਿਛਲੇ ਸਾਲ ਦਾ ਇੱਕ ਡਾਟਾ ਸੀਗਾ ਜਿਹਦੇ 'ਚ ਅਰਾਊਂਡ 1700 ਇੰਟਰਨੈਸ਼ਨਲ ਸਟੂਡੈਂਟ ਸੀਗੇ ਜਿਨ੍ਹਾਂ ਦਾ ਵੀਜ਼ਾ ਵੀ ਆਲਰੇਡੀ ਖਤਮ ਹੋ ਗਿਆ, ਤੇ ਉਹਨਾਂ ਨੂੰ ਇਹ ਵੀ ਆਨਸਰ ਨਹੀਂ ਮਿਲਿਆ ਕਿ ਉਹਨਾਂ ਦਾ ਵੀਜ਼ਾ ਐਕਸਟੈਂਡ ਹੋਏਗਾ ਜਾਂ ਉਹਨਾਂ ਦਾ ਕੀ ਬਣੇਗਾ। ਸੋ ਉਹਨਾਂ ਕੋਲ ਕੋਈ ਵੀ ਆਨਸਰ ਨਹੀਂ ਹੈ ਕਿ ਉਹਨਾਂ ਨੇ ਜੋ ਇੱਥੇ ਇਨਵੈਸਟਮੈਂਟ ਕੀਤੀ, ਜੋ ਇੱਥੇ ਟਾਈਮ ਸਪੈਂਡ ਕੀਤਾ, ਨੋ ਆਨਸਰ। ਤੁਸੀਂ ਗੱਲ ਕੀਤੀ ਰਾਈਟਸ ਦੀ, ਵੀ ਉਹਨਾਂ ਦਾ ਰਾਈਟ ਸੀ ਕਿ ਜਿਹੜੀ ਇੱਥੋਂ ਦੀ ਨਿਊਜ਼ੀਲੈਂਡ ਸਰਕਾਰ ਹੈ ਉਹਨੂੰ ਨਹੀਂ ਪਤਾ ਵੀ ਉਹਨਾਂ ਦੇ ਰਾਈਟਸ ਨੇ, ਉਹਨਾਂ ਦੇ ਰਾਈਟਸ ਦਾ ਜਿਹੜਾ ਹੈ ਘਾਣ ਹੋ ਰਿਹਾ ਇਸ ਵੇਲੇ, ਜੇ ਅਸੀਂ ਮੰਨੀਏ ਨਿਊਜ਼ੀਲੈਂਡ ਸਰਕਾਰ ਕਰਦੀ ਪਈ ਹੈ। ਤੁਸੀਂ ਇਸ ਦੇ ਬਾਬਤ ਮੰਨਦੇ ਹੋ ਵੀ ਉਹਨਾਂ ਵੱਲੋਂ ਬਾਰ-ਬਾਰ ਅਪੀਲਾਂ ਕੀਤੀਆਂ ਜਾ ਰਹੀਆਂ? ਕਈ ਤਾਂ ਮੈਂ ਇਹ ਵੀ ਸੁਣਿਆ ਵੀ ਇੱਥੋਂ ਦੇ ਬੌਰਨ ਬੱਚੇ ਵੀ ਹੈ, ਉਹ ਜਦੋਂ ਆਪਣੇ ਛੋਟੇ ਬੇਬੀਜ਼ ਨੂੰ ਨਾਲ ਲੈ ਕੇ ਜਾਂਦੇ ਆ, ਉਹਨਾਂ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ। ਉਹਦੇ 'ਚ ਦੇਖੋ ਪਾਰਟਨਰਸ ਵੀ ਹੈ ਬਹੁਤ ਸਾਰੀਆਂ ਵੀਰ ਜੀ, ਜੇ ਤੁਸੀਂ ਉਹਨਾਂ ਦੀਆਂ ਕਹਾਣੀਆਂ ਸੁਣੋਗੇ ਤੇ ਮੈਨੂੰ ਲੱਗਦਾ ਕਿ ਅਗਰ ਕੋਈ ਵੀ ਸੁਣੇਗਾ ਤੇ ਬਹੁਤ ਜ਼ਿਆਦਾ ਇਮੋਸ਼ਨਲ ਸਟੋਰੀਜ਼, ਕਿਉਂਕਿ ਆਪਾਂ ਉਹਨਾਂ ਨਾਲ ਜੁੜੇ ਆ, ਉੱਥੋਂ ਹੀ ਅਸੀਂ ਆਏ ਹਾਂ, ਤੇ ਸਾਨੂੰ ਪਤਾ ਹੈ ਕਿ ਜਦੋਂ ਕੋਈ ਇੱਕ ਅਸੀਂ ਡਿਸੀਜਨ ਲੈਂਦੇ ਹਾਂ ਕਿ ਅਸੀਂ ਕਿਸੇ ਬਾਹਰ ਦੇ ਮੁਲਕ ਜਾਣਾ, ਕਿੰਨਾ ਔਖਾ ਹੁੰਦਾ ਆ। ਤੇ ਸਭ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੀਆਂ ਸਟੋਰੀਜ਼, ਜਿਹੜੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ, ਬਹੁਤ ਸਾਰੇ ਇੱਦਾਂ ਦੇ ਪਾਰਟਨਰਸ ਨੇ ਕਿ ਜਿਹੜੇ ਹਸਬੈਂਡ ਇੱਥੇ ਹੈ, ਵਾਈਫ ਉੱਥੇ ਹੈ, ਜਾਂ ਇੱਕ ਜਾਣਾ ਇੱਥੇ ਹੈ, ਇੱਕ ਉੱਥੇ ਹੈ, ਉਹਨਾਂ ਦੇ ਬੱਚੇ ਵੀ। ਸੋ ਤੁਸੀਂ ਦੇਖੋ ਕਿ ਕਿੰਨਾ ਔਖਾ ਆ ਉਹਨਾਂ ਵਾਸਤੇ ਟਾਈਮ ਸਪੈਂਡ ਕਰਨਾ, ਪਲੱਸ ਜਿਹੜੇ ਆਪਣੇ ਟੈਂਪਰੇਰੀ ਵੀਜ਼ਾ ਹੋਲਡਰ ਸੀ, ਲਾ ਲਓ ਤੁਸੀਂ, ਜਿਨ੍ਹਾਂ ਦੇ ਵੀਜ਼ੇ ਖਤਮ ਹੋ ਗਏ, ਐਟਲੀਸਟ ਉਹ ਬਾਰ-ਬਾਰ ਅਪੀਲਾਂ ਇਹ ਕਰ ਰਹੇ ਆ ਕਿ ਸਾਨੂੰ ਇੱਕ ਅਸ਼ੋਰੈਂਸ ਦਿੱਤੀ ਜਾਵੇ, ਬਟ ਗਵਰਨਮੈਂਟ ਦਾ ਸਿਰਫ ਇੱਕ ਹੀ ਹੈ ਕਿ ਕੋਵਿਡ ਆ, ਇਸ ਕਰਕੇ ਅਸੀਂ ਕੋਈ ਵੀ ਅਨਾਉਂਸਮੈਂਟ ਨਹੀਂ ਕਰ ਸਕਦੇ, ਬਟ ਉਹ ਸਿਰਫ ਇੱਕ ਅਸ਼ੋਰੈਂਸ ਮੰਗ ਰਹੇ ਆ। ਬਹੁਤ ਵਾਰ ਉਹਨਾਂ ਨੇ ਈਮੇਲਸ ਕੀਤੀਆਂ, ਕੋਈ ਈਮੇਲ ਦਾ ਜਵਾਬ ਨਹੀਂ, ਕੋਈ ਉਹਨਾਂ ਨੂੰ ਜਵਾਬ ਮਿਲ ਹੀ ਨਹੀਂ ਰਿਹਾ। ਸੋ ਹੈ ਤੇ ਉਹਨਾਂ ਦਾ ਰਾਈਟ ਆ, ਬਟ ਬਿਲਕੁਲ ਕਿਉਂਕਿ ਉਹ ਇਦਾਂ ਤੇ ਕੁਝ ਮੰਗ ਨਹੀਂ ਰਹੇ, ਸੋ ਉਹਨਾਂ ਦਾ ਰਾਈਟ ਉਹਨਾਂ ਨੂੰ ਨਹੀਂ ਮਿਲ ਰਿਹਾ। ਤੇ ਤੁਹਾਡੇ ਕੋਲ ਇੱਥੇ ਜਿਵੇਂ ਕਿ ਜਿਹੜੀ ਪੋਲੀਟੀਸ਼ੀਅਨ ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆਂ ਹੋਇਆ ਕਰਦੀਆਂ, ਰਾਜਨੀਤਿਕ ਪਾਰਟੀਆਂ, ਹੋਰ ਸਮਾਜ ਸੇਵੀ ਜਥੇਬੰਦੀਆਂ, ਜਾਂ ਸਾਡੇ ਸਿੱਖ ਧਰਮ ਨਾਲ ਸੰਬੰਧਿਤ ਗੁਰਦੁਆਰੇ ਜਿਹੜੇ ਭਲਾਈ ਦੇ ਕੰਮ ਕਰਦੇ ਆ ਹਮੇਸ਼ਾ, ਕਿ ਉਹਨਾਂ ਵੱਲੋਂ ਨਹੀਂ ਇਸ ਉਪਰਾਲੇ ਤਹਿਤ ਕੁਝ ਕੀਤਾ ਗਿਆ?
ਵੀਰ ਜੀ ਹਰ ਐਸੋਸੀਏਸ਼ਨ ਜਿਵੇਂ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਕੋਸ਼ਿਸ਼ ਹੈ ਉਹਨਾਂ ਦੀ ਕਿ ਇਹਨਾਂ ਦੀ ਆਵਾਜ਼ ਉਠਾਈ ਜਾਏ। ਜਿਹੜੇ ਆਪਣੇ ਕੁਛ ਪਿਛਲੇ ਦਿਨੀ ਇੱਕ ਹੈਗੇ ਨੇ ਲੇਬਰ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਇੱਥੋਂ ਕ੍ਰਾਈਸਟਚਰਚ ਤੋਂ, ਉਹਨਾਂ ਨੇ ਵੀ ਪਿਛਲੇ ਦਿਨੀ ਪੋਸਟ ਪਾਈ ਕਿ ਇਹ ਸਰਾਸਰ ਧੱਕਾ ਹੋ ਰਿਹਾ ਤੇ ਉਹਨਾਂ ਨੇ ਵੀ ਆਪਣੀ ਡਿਸਅਪੁਆਇੰਟਮੈਂਟ ਆਪਣੀ ਸਰਕਾਰ ਤੋਂ ਸ਼ੋਅ ਕੀਤੀ। ਤੇ ਇਦਾਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕੁਝ ਐਸੋਸੀਏਸ਼ਨਸ ਹੈਗੀਆਂ ਉਹ ਰੈਗੂਲਰਲੀ ਪ੍ਰੋਟੈਸਟ ਕਰ ਰਹੇ ਆ, ਬਹੁਤ ਵੱਡੇ ਲੈਵਲ ਤੇ ਉਹ ਪ੍ਰੋਟੈਸਟ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਤਾਂ ਬਿਲਕੁਲ ਸਰਕਾਰ ਤੱਕ ਪਹੁੰਚ ਰਹੀ ਹੈ। ਬਟ ਡਿਸਅਪੁਆਇੰਟਮੈਂਟ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੀ ਦੇ ਕੰਨਾਂ ਤੇ ਜੂ ਨਹੀਂ ਸਰਕਦੀ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਯਾ ਸੋ ਸਿੱਖ ਐਸੋਸੀਏਸ਼ਨਸ ਦੀ ਤੁਸੀਂ ਗੱਲ ਕੀਤੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਆਪਣੇ ਸੁਪਰੀਮ ਸਿੱਖ ਸੁਸਾਇਟੀ ਹੈ, ਉਹ ਵੀ ਬੜਾ ਐਕਟਿਵਲੀ ਇਹਨਾਂ ਦੀ ਹੈਲਪ ਕਰ ਰਹੇ ਆ। ਬਟ ਸਰਕਾਰ ਵੱਲੋਂ ਹਾਲੇ ਤੱਕ ਕੋਈ ਅਨਾਊਂਸਮੈਂਟ, ਕੋਈ ਇਹਦੇ ਤੇ ਕਲੀਅਰ ਆਨਸਰ ਐਂਡ ਜਿਵੇਂ ਇਹ ਕਿਹਾ ਕਿ ਜਸਟ ਇੱਕ ਅਸ਼ੋਰੈਂਸ, ਜਿਵੇਂ ਹੁਣ ਸਿੰਪਲ ਜੀ ਗੱਲ ਹੈ ਕਿ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਗਏ, ਉਹਨਾਂ ਨੇ ਇੰਨੀਆਂ ਇੱਥੇ ਫੀਸਾਂ ਭਰੀਆਂ ਤੇ ਉਸ ਤੋਂ ਬਾਅਦ ਉਹਨਾਂ ਦਾ ਓਪਨ ਵਰਕ ਵੀਜ਼ਾ ਦਾ ਵੀ ਰਾਈਟ ਹੈਗਾ ਤੇ ਉਹਨਾਂ ਦਾ ਕੀ ਹੋਏਗਾ? ਦੇਰ ਇਜ਼ ਨੋ ਆਨਸਰ ਐਟ ਆਲ। ਫਿਰ ਪੋਸਟ ਸਟੱਡੀ ਵਰਕ ਵੀਜ਼ਾ ਜਿਹੜੇ ਹੋਲਡਰਸ ਨੇ ਉਹ ਤੁਸੀਂ ਦੇਖੋ ਕਿ ਪਿਛਲੇ ਸਾਲ ਮਾਰਚ ਦੇ ਉਹ ਫਸੇ ਹੋਏ ਆ, ਤਕਰੀਬਨ 1.5 ਸਾਲ ਹੋ ਗਿਆ ਤੇ ਕਿੰਨਾ ਕੁ ਉਹਨਾਂ ਦਾ ਵੀਜ਼ਾ ਰਹਿ ਜਾਏਗਾ ਨਾ। ਸੋ ਉਹਨਾਂ ਨੂੰ ਇੱਕ ਐਟਲੀਸਟ ਅਸ਼ੋਰੈਂਸ ਦਿੱਤੀ ਜਾਵੇ, ਜੇਕਰ ਸਰਕਾਰ ਉਹਨਾਂ ਨੂੰ ਨਹੀਂ ਬੁਲਾਉਣਾ ਚਾਹੁੰਦੀ ਨਾ ਤਾਂ ਵੀ ਉਹਨਾਂ ਨੂੰ ਇੱਕ ਕਲੈਰਿਟੀ ਦੇ ਦਿੱਤੀ ਜਾਏ ਕਿ ਹਾਂ ਤੁਸੀਂ ਨਹੀਂ ਆਉਣਾ, ਤਾਂ ਕਿ ਉਹ ਕੋਈ ਆਪਣਾ ਹੋਰ ਪਾਥਵੇ ਦੇਖਣ। ਐਂਡ ਇਹ ਬਿਲਕੁਲ ਤੁਸੀਂ ਕਹਿ ਲਓ ਕਿ ਇੱਕ ਤੇ ਸਰਕਾਰ ਵੱਲੋਂ ਧੱਕਾ ਕਹੋਗੇ। ਤੁਸੀਂ ਨਿਊਜ਼ੀਲੈਂਡ 'ਚ ਬੈਠ ਕੇ ਇਹ ਗੱਲ ਕਹਿ ਰਹੇ ਹੋ ਵੀ ਧੱਕਾ ਕਰਦੀ ਵੀ ਹੈ ਤੁਹਾਡੀ ਸਰਕਾਰ? ਬਿਲਕੁਲ ਮੈਂ ਕਹੂੰਗੀ ਧੱਕਾਕਾਰੀ ਹੈ, ਕਿਉਂਕਿ ਦੇਖੋ ਮੈਂ ਐਜੂਕੇਸ਼ਨ ਇੰਡਸਟਰੀ 'ਚ ਹਾਂ। ਪਿਛਲੇ 12-13 ਸਾਲ 'ਚ ਬਹੁਤ ਸਾਰੇ ਸਟੂਡੈਂਟਸ ਅਸੀਂ ਪੜ੍ਹਾਏ, ਕਿੰਨੇ ਸਟੂਡੈਂਟ ਦਾ ਵਾਹ ਪੈਂਦਾ ਮੇਰੇ ਨਾਲ। ਐਂਡ ਇਸ ਕਰਕੇ ਵੀ ਥੋੜ੍ਹਾ ਜਿਹਾ ਆਪਣਾ ਇਮੋਸ਼ਨਲ ਵੀ ਜ਼ਰੂਰ ਹੁੰਦਾ ਹੈ, ਕਿਉਂਕਿ ਮੈਂ ਉਹਨਾਂ ਦੇ ਹਾਲਾਤ ਦੇਖਿਆ ਕਿ ਜਦੋਂ ਆਪਣੇ ਸਟੂਡੈਂਟ ਆਉਂਦੇ ਆ ਉਹ ਬੜਾ ਉਹ ਓਪਨਲੀ, ਖਾਸ ਕਰਕੇ ਜਿਹੜੇ ਇੰਡੀਆ ਤੋਂ ਆਪਣੇ ਸਟੂਡੈਂਟ ਆਉਂਦੇ ਆ, ਦੇਖੋ ਲੋਨ ਲੈ ਕੇ ਆਉਂਦੇ ਆ, ਬਹੁਤ ਤਰ੍ਹਾਂ ਦੀਆਂ ਉਹ ਆਪਣੀਆਂ ਸਟੋਰੀਜ਼ ਸ਼ੇਅਰ ਕਰਦੇ ਆ ਨਾ। ਸੋ ਇੱਕ ਵੱਖਰਾ ਵਿਸ਼ਾ ਵੀ ਹੈਗਾ ਹੈ ਕਿ ਸਾਡੇ ਲੋਕਾਂ ਨੂੰ ਉੱਥੋਂ ਕਿਉਂ ਆਉਣਾ ਪੈਂਦਾ ਨਾ, ਉਹ ਵੱਖਰਾ। ਪਰ ਦੇਖੋ ਇੰਨੀ ਮਜਬੂਰੀ ਤੋਂ, ਇੰਨਾ ਔਖੇ ਸਮੇਂ ਚੋਂ ਕਰਜ਼ੇ ਚੁੱਕ ਕੇ ਫਿਰ ਉਹ ਇੱਥੇ ਆਉਂਦੇ ਆ ਤੇ ਇੱਥੇ ਤੁਸੀਂ ਦੇਖੋ ਕਿ ਜਦੋਂ ਸਟੂਡੈਂਟ ਆਉਂਦੇ ਆ ਉਦੋਂ ਉਸ ਟਾਈਮ ਤੇ ਜਿਹੜੀ ਵੀ ਕੋਈ ਪਾਲਿਸੀ ਹੁੰਦੀ ਹੈ ਇਮੀਗ੍ਰੇਸ਼ਨ ਦੀ, ਇਹ ਵੀ ਇੱਕ ਇੱਥੇ ਚੀਜ਼ ਹੈ ਕਿ ਇਮੀਗ੍ਰੇਸ਼ਨ ਕਿਸੇ ਵੀ ਟਾਈਮ ਤੇ ਕੋਈ ਵੀ ਪਾਲਿਸੀ ਚੇਂਜ ਕਰ ਦਿੰਦੀ ਹੈ। ਸੋ ਜਦੋਂ ਇੱਥੇ ਆਉਂਦੇ ਆ ਫਿਰ ਦੇਖੋ ਉਹਨਾਂ ਨੂੰ ਇੱਕ ਤੇ ਰਾਈਟ ਹੈ ਉਹਨਾਂ ਦਾ ਕਿ ਉਹਨਾਂ ਕੋਲ ਸਟੂਡੈਂਟ ਵੀਜ਼ਾ ਹੈ, 20 ਆਵਰਸ ਉਹ ਕੰਮ ਕਰ ਸਕਦੇ। ਇਸੇ ਕਾਰਨ ਕਰਕੇ ਉਹ ਇੰਡੀਆ ਗਏ ਸੀਗੇ ਤੇ ਇਨ ਦਾ ਮੇਨ ਟਾਈਮ ਕੋਵਿਡ ਅਨਐਕਸਪੈਕਟਿਡ ਆਏ। ਬਟ ਉਹਨਾਂ ਨੂੰ ਇੱਕ ਅਸ਼ੋਰੈਂਸ ਦਿੱਤੀ ਜਾਣੀ ਚਾਹੀਦੀ ਹੈ ਕਿ ਤੁਹਾਡਾ ਵੀਜ਼ਾ ਵਧੇਗਾ। ਵੈਸੇ ਤਾਂ ਮੈਂ ਇਹ ਨਹੀਂ ਕਹੂੰਗੀ ਕਿ ਉਹਨਾਂ ਨੂੰ ਕਲੈਰਿਟੀ ਦੇਣੀ ਚਾਹੀਦੀ, ਉਹਨਾਂ ਨੂੰ ਇੱਕ ਅਸ਼ੋਰੈਂਸ ਦੇਣੀ ਚਾਹੀਦੀ ਹੈ ਸਰਕਾਰ ਵੱਲੋਂ ਕਿ ਹਾਂ ਤੁਹਾਡਾ ਵੀਜ਼ਾ ਵਧੇਗਾ, ਕਿਉਂਕਿ ਇਹਦਾ ਇੰਪੈਕਟ ਆਉਣ ਵਾਲੇ ਟਾਈਮ 'ਚ ਇੰਟਰਨੈਸ਼ਨਲ ਜਿਹੜਾ ਨਿਊਜ਼ੀਲੈਂਡ ਦਾ ਸੈਕਟਰ ਹੈ ਉਹਦੇ ਤੇ ਵੀ ਜ਼ਰੂਰ ਪਏਗਾ। ਤੁਹਾਨੂੰ ਲੱਗਦਾ ਵੀ ਜੇ ਭਾਰਤ ਸਰਕਾਰ ਕੋਸ਼ਿਸ਼ ਕਰੇ ਇਸ ਵਿਸ਼ੇ ਦੇ, ਇਸ ਮੁੱਦੇ ਨੂੰ ਚੱਕੇ ਤਾਂ ਇਹਦਾ ਹੱਲ ਹੋ ਸਕਦਾ? ਟੂ ਬੀ ਓਨੈਸਟ ਭਾਰਤ ਸਰਕਾਰ ਤੇ ਵੀ ਕੋਈ ਐਡੀ ਉਮੀਦ ਨਹੀਂ ਉਹਨਾਂ ਤੋਂ ਵੀ ਹੈਗੀ। ਪਰ ਹਾਂ ਜੇਕਰ ਉਹ ਐਟਲੀਸਟ ਉਹ ਗੱਲਬਾਤ ਕਰਕੇ ਹੈ ਨਾ ਮੁੱਦਾ ਤਾਂ ਚੁੱਕ ਸਕਦੇ ਆ। ਪਿਛਲੇ ਦਿਨੀ ਜਿਵੇਂ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਆਪਣੇ ਟੈਂਪਰੇਰੀ ਵੀਜ਼ਾ ਹੋਲਡਰਸ ਨੇ, ਇਹਨਾਂ ਨੇ ਕਿਹਾ ਕਿ ਅਸੀਂ ਉੱਥੋਂ ਦੇ ਪੋਲੀਟੀਸ਼ੀਅਨਸ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਕਾਫੀ ਨੂੰ ਮਿਲੇ ਵੀ ਹੈ, ਜਿਨ੍ਹਾਂ ਨਾਲ ਜਿਵੇਂ ਮੇਰੀ ਗੱਲ ਹੋਈ ਕਾਫੀਆਂ ਨੂੰ ਮਿਲਿਆ, ਬਟ ਕਿਸੇ ਤਰੀਕੇ ਨਾਲ ਵੀ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਔਰ ਇੰਨੀ ਕੁ ਫਰਸਟ੍ਰੇਸ਼ਨ ਹੈ ਇਹਦੇ ਵਿੱਚ, ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਬਿਲਕੁਲ ਆਪਾਂ ਸਮਝ ਸਕਦੇ ਇੰਨੀ ਕੁ ਫਰਸਟ੍ਰੇਸ਼ਨ ਕਿ ਤੁਸੀਂ ਦੇਖੋ ਤੁਸੀਂ 1-2 ਵੀਕ ਵਾਸਤੇ ਉੱਥੇ ਗਏ ਹੋ, ਈਵਨ ਕਿ ਅਸੀਂ ਬੀਇੰਗ ਸਿਟੀਜ਼ਨ ਵੀ ਅਗਰ ਉੱਥੇ ਜਾਂਦੇ ਹਾਂ, ਮੈਨੂੰ ਨਹੀਂ ਲੱਗਦਾ ਕਿ 1 ਮਹੀਨੇ ਤੋਂ ਜ਼ਿਆਦਾ ਆਪਾਂ ਉੱਥੇ ਆਪਣਾ ਖਰਚਾ ਹੀ ਤੁਸੀਂ ਦੇਖੋ ਰਹਿ ਵੀ ਨਹੀਂ ਸਕਦੇ, ਕਿਉਂਕਿ ਸਾਡਾ ਇੱਥੋਂ ਦਾ ਸਾਡਾ ਸਿਸਟਮ, ਸਾਡਾ ਢਾਂਚਾ ਇਸ ਤਰ੍ਹਾਂ ਦਾ ਬਣ ਚੁੱਕਿਆ। ਕਿਉਂਕਿ ਇੱਥੇ ਮੈਂ ਜਦੋਂ ਉਹਨਾਂ ਦੀ ਗੱਲ ਸੁਣਦਾ ਸੀ, ਉਹ ਕਹਿੰਦੇ ਸਾਡਾ ਤਾਂ ਸਾਰਾ ਸਮਾਨ ਉੱਥੇ ਖਰਾਬ ਹੋ ਰਿਹਾ, ਅਸੀਂ ਲੀਜ਼ ਲਿੱਤੀ ਹੋਈ ਹੈ, ਕਿਰਾਏ ਰੈਂਟ ਦੇ ਰਹੇ ਹਾਂ, ਸਾਡੇ ਘਰਾਂ ਦੇ, ਸਾਡੇ ਕਾਰ ਜਿਹੜੇ ਆਟੋ ਇੰਸ਼ੋਰੈਂਸ ਹੁੰਦੀ ਹੈ ਉਹ ਵੀ ਪੇ ਕਰਦੇ ਪਏ ਆ। ਤੇ ਨੈਚੁਰਲੀ ਇਹਦੇ ਨਾਲ ਤਾਂ ਕਾਫੀ ਜਿਹੜਾ ਸਿਸਟਮ ਢਾਂਚਾ ਹੈ ਉਹ ਗੜਬੜਾ ਸਕਦਾ ਹੈ। ਬਿਲਕੁਲ। ਔਰ ਤੁਸੀਂ ਸੋਚ ਕੇ ਦੇਖੋ ਕਿ ਤੁਸੀਂ ਕਿਤੇ ਗਏ ਹੋ ਤੇ ਕੁਛ ਤੁਹਾਡੀ ਪਲਾਨਿੰਗ ਹੈ ਔਰ ਤੁਸੀਂ ਹੈ ਨਾ, ਤੁਹਾਨੂੰ ਇੱਕ ਅਨਾਊਂਸਮੈਂਟ ਮਿਲਦੀ ਹੈ ਕਿ ਤੁਸੀਂ ਵਾਪਸ ਨਹੀਂ ਆ ਸਕਦੇ। ਬਹੁਤ ਸਾਰੇ ਇੱਦਾਂ ਦੇ ਵੀ ਲੋਕਾਂ ਨਾਲ ਗੱਲ ਹੋਈ ਜਿਹੜੇ ਦਿੱਲੀ ਤੋਂ ਵਾਪਸ ਮੁੜ ਕੇ ਗਏ। ਉਹ 1-2 ਦਿਨਾਂ 'ਚ ਉਹਨਾਂ ਦੀ ਫਲਾਈਟ ਸੀਗੀ
ਐਂਡ ਆਈ ਮੀਨ ਉਹਦੇ 'ਚ ਕੁਝ ਇੱਦਾਂ ਦੇ ਵੀ ਲੋਕ ਸੀਗੇ ਜਿਹੜੇ ਆਪਣੇ ਪਾਰਟਨਰਸ ਸੀਗੇ, ਪਾਰਟਨਰਸ ਆਫ ਜਿਹੜੇ ਆਪਣੇ ਨਿਊਜ਼ੀਲੈਂਡ ਟੈਂਪਰੇਰੀ ਵੀਜ਼ਾ ਹੋਲਡਰਸ ਹੈ, ਉਹਨਾਂ ਨੇ ਆਉਣਾ ਸੀਗਾ। ਸੋ ਉੱਥੋਂ ਵਾਪਸ ਮੁੜ ਕੇ ਗਏ। ਐਂਡ ਪਤਾ ਨਹੀਂ ਕਿੰਨਾ ਕੁ ਔਖਾ ਸੀਗਾ ਸਰਕਾਰ ਵਾਸਤੇ ਉਹਨਾਂ ਨੂੰ 1 ਹਫ਼ਤੇ ਦਾ ਹੀ ਟਾਈਮ ਦੇਣਾ ਕਿ ਅਗਰ ਤੁਸੀਂ 1 ਹਫ਼ਤੇ ਦੇ ਵਿੱਚ ਵਾਪਸ ਆ ਜਾਓ, ਬਟ ਉਹਨਾਂ ਨੂੰ ਇਨਕਲੂਡ ਹੀ ਨਹੀਂ ਕੀਤਾ ਗਿਆ ਲਿਸਟ ਦੇ ਵਿੱਚ। ਐਂਡ ਅੱਜ ਤੱਕ ਉਹ ਵੇਟ ਕਰੀ ਜਾ ਰਹੇ ਆ, ਕੋਈ ਉਹਨਾਂ ਵਾਸਤੇ ਕਲੈਰਿਟੀ ਨਹੀਂ ਹੈਗੀ। ਤੇ ਮੇਰੇ ਖਿਆਲ ਨਾਲ ਸਰਕਾਰ ਇੱਕ ਸਵਾਲ ਇਹ ਬਣਦਾ ਹੈ ਵੀ ਜਿਵੇਂ ਅਸੀਂ ਉੱਥੋਂ ਦੀ ਗੱਲਬਾਤ ਸੁਣੀ ਹੈ, ਉਹ ਕਹਿੰਦੇ ਵੀ ਕਈ ਬੱਚੇ ਉੱਥੋਂ ਦੇ ਬੋਰਨ ਹੈ ਨਿਊਜ਼ੀਲੈਂਡ ਦੇ, ਉਹ ਬੱਚੇ ਵੀ ਬਹੁਤ ਛੋਟੇ ਹੈਗੇ ਆ, ਉਹ ਵੀ ਜਾਣਾ ਪਰਤਣਾ ਚਾਹੁੰਦੇ ਆਪਣੇ ਮੁਲਕ ਜਿੱਥੇ ਦੇ ਉਹ ਬੋਰਨ ਹੈਗੇ ਆ। ਜਿਹੜਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਇਸ ਦੇ ਪ੍ਰਤੀ ਕੀ ਪ੍ਰਤੀਕਰਮ ਹੈ? ਕਿ ਉਹ ਆਪਣੇ ਜਿਹੜੇ ਉੱਥੋਂ ਦੇ ਬੋਰਨ ਬੱਚੇ ਹੁੰਦੇ ਆ ਉਹਨਾਂ ਨੂੰ ਸਿਟੀਜ਼ਨ ਮੰਨਦੀ ਹੈ ਜੇ ਉਹਨਾਂ ਦੇ ਮਾਪਿਓ ਟੈਂਪਰੇਰੀ ਹੋਣ ਇੱਥੇ? ਨਹੀਂ, ਉਹਨਾਂ ਨੂੰ ਸਿਟੀਜ਼ਨ ਨਹੀਂ ਮੰਨਦੀ। ਪਰ ਇੱਦਾਂ ਦੇ ਵੀ ਬਹੁਤ ਸਾਰੇ ਮੈਂ ਕੇਸਿਸ ਦੇਖੇ ਆ ਜਿਨ੍ਹਾਂ ਨੇ ਇਮੀਗ੍ਰੇਸ਼ਨ ਨੂੰ ਐਗਜ਼ੈਂਪਸ਼ਨ ਪਾਈ ਸੀਗੀ ਕਿ ਸਾਡਾ ਬੇਬੀ ਉੱਥੋਂ ਦਾ ਬੋਰਨ ਹੈ, ਛੋਟਾ ਹੈ ਬੇਬੀ, ਅਸੀਂ ਇਹਦਾ ਕਰਕੇ ਵਾਪਸ ਆਉਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਇੱਥੇ ਟਾਈਮ, ਕਿਉਂਕਿ ਅਸੀਂ ਹੁਣ ਹੋ ਚੁੱਕੇ ਹਾਂ ਕਿ ਨਿਊਜ਼ੀਲੈਂਡ 'ਚ ਰਹਿਣ ਦਾ ਸਾਡੀ ਆਦਤ ਬਣ ਚੁੱਕੀ ਹੈ ਤੇ ਇੱਥੇ ਰਹਿਣਾ ਸਾਡੇ ਵਾਸਤੇ ਬਹੁਤ ਔਖਾ ਹੋ ਰਿਹਾ ਜੀ। ਉਹਨਾਂ ਵਾਸਤੇ ਵੀ ਉਹ ਜਿਹੜੀ ਐਗਜ਼ੈਂਪਸ਼ਨ ਵੀ ਆ, ਮੈਨੂੰ ਇਹ ਵੀ ਫੀਡਬੈਕ ਮਿਲੀ ਕਿ ਆਟੋਮੈਟਿਕ ਰਿਸਪੌਂਸ ਉਹਦਾ ਆ ਜਾਂਦਾ ਹੈ ਡਿਕਲਾਈਨ ਹੋ ਕੇ। ਇਹ ਬੇਰੁਖੀ ਭਰਿਆ ਜਿਹੜਾ ਬੇਰੁਖੀ ਨਾਲ ਭਰਪੂਰ ਅਸੀਂ ਕਹਾਂਗੇ, ਏਡਾ ਵਤੀਰਾ ਨਿਊਜ਼ੀਲੈਂਡ ਸਰਕਾਰ ਕਿਉਂ ਕਰਦੀ ਪਈ ਹੈ? ਇਹਦਾ ਕਾਰਨ ਤਾਂ ਇਹ ਲੋਕ ਹੀ ਦੱਸ ਸਕਦੇ ਆ, ਬਟ ਹੈਰਾਨੀ ਵਾਲੀ ਗੱਲ ਹੈ ਕਿ ਜੇਕਰ ਇਹ ਇੱਕ ਵੀ ਕਿਸੇ ਦੀ ਸਟੋਰੀ ਪੜ੍ਹ ਲੈਣ, ਇਹ ਵੀ ਪਤਾ ਲੱਗਿਆ ਕਿ ਕੁਛ ਲੋਕ, ਵੈਸੇ ਹੀ ਸਾਨੂੰ ਪਤਾ ਹੈ ਕਿ ਅਸੀਂ ਉੱਥੇ ਉਹ ਕਿੱਦਾਂ ਟਾਈਮ ਕੱਟਦੇ ਹੋਣਗੇ। ਸੋ ਉਹਨਾਂ ਦਾ ਸਮਾਨ ਇੱਥੇ ਪਿਆ ਆ, ਕੁਛ ਬਿਨਾਂ ਪਲਾਨ ਤੋਂ। ਤੁਸੀਂ ਸੋਚੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਰਾਤ ਨੂੰ ਜਦੋਂ ਸੌਂਦੇ ਹੋਣਗੇ, ਕੀ ਉਹਨਾਂ ਤੇ ਬੀਤਦੀ ਹੋਏਗੀ ਕਿ ਸਾਡੀ ਕੋਈ ਪਲਾਨਿੰਗ ਹੀ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡਾ ਫਿਊਚਰ, ਸਾਡਾ ਭਵਿੱਖ ਕਿੱਧਰ ਨੂੰ ਜਾਣਾ। ਤੇ ਬਹੁਤ ਹੀ ਔਖਾ। ਇਹ ਵੀ ਪਤਾ ਲੱਗਿਆ ਕਿ ਕੁਝ ਲੋਕਾਂ ਦਾ ਫਾਈਨੈਂਸ਼ੀਅਲੀ ਇੰਨਾ ਕੁ ਔਖਾ ਆ ਕਿ ਉਹ ਈ ਰਿਕਸ਼ਾ ਚਲਾ ਰਹੇ ਆ, ਕੁਛ ਰਿਸ਼ਤੇ ਟੁੱਟ ਰਹੇ ਆ। ਇੱਕ ਇਹ ਵੀ ਪਤਾ ਲੱਗਿਆ ਕਿ ਕਿਸੇ ਦੀ ਮੈਰਿਜ ਹੋਈ ਸੀਗੀ ਤੇ ਹੁਣ ਉਹਦੇ ਇਨ-ਲॉज ਇਹ ਕਹਿ ਰਹੇ ਆ ਕਿ ਤੂੰ ਤਾਂ ਝੂਠ ਬੋਲਿਆ ਸੀਗਾ ਕਿ ਤੇਰੇ ਕੋਲ ਨਿਊਜ਼ੀਲੈਂਡ ਦਾ ਵੀਜ਼ਾ, ਕਿਉਂਕਿ ਉਹ ਨਹੀਂ ਮੰਨਣਗੇ, ਕਿਉਂਕਿ ਜਦੋਂ ਆ ਹੀ ਨਹੀਂ ਪਾ ਰਹੀ ਵਾਪਸ ਤਾਂ ਨਹੀਂ ਮੰਨਣਗੇ। ਸੋ ਹਰ ਤਰੀਕੇ ਨਾਲ ਤੁਸੀਂ ਦੇਖੋ, ਫਾਈਨੈਂਸ਼ੀਅਲ ਤੇ ਹੈਗਾ ਹੀ ਆ, ਮੈਂਟਲੀ ਕਿੰਨਾ ਕੁ ਸਟ੍ਰੈਸਫੁਲ ਹੋਏਗਾ ਉਹਨਾਂ ਵਾਸਤੇ ਇਹ ਇਨਵਾਇਰਮੈਂਟ। ਤੇ ਬਿਲਕੁਲ ਮੇਰੇ ਖਿਆਲ 'ਚ ਬਹੁਤ ਸਾਰੇ ਲੋਕਾਂ ਨੇ ਅਪਰੋਚ ਕੀਤਾ ਹੈ, ਖਾਸ ਕਰਕੇ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਹੈ ਉਹਦੇ ਬਹੁਤ ਤਰੀਕਿਆਂ ਦੇ ਨਾਲ। ਇੱਥੇ ਕੁਝ ਐਸੋਸੀਏਸ਼ਨਸ ਹੈ ਜਿਹੜੇ ਬੜੇ ਹਾਈ ਲੈਵਲ ਤੇ ਇਹਦੀਆਂ ਆਵਾਜ਼ ਚੁੱਕ ਰਹੇ ਆ, ਪ੍ਰੋਟੈਸਟ ਕਰ ਰਹੇ ਆ, ਪਰ ਅਨਫੋਰਚੂਨੇਟਲੀ ਇੰਨੀ ਕੁ ਡਿਸਅਪੋਇੰਟਮੈਂਟ ਮੈਂ ਕਹੂੰਗੀ ਕਿ ਕੁਛ ਵੀ ਇਹਦਾ ਹੱਲ ਨਹੀਂ ਨਿਕਲ ਰਿਹਾ। ਤੁਸੀਂ ਪ੍ਰਿੰਸੀਪਲ ਹੋ ਕਾਲਜ ਦੇ, ਜਿਹੜੇ ਵਿਦਿਆਰਥੀ ਵੀ ਕੁਝ ਗਏ ਹੋਏ ਆ ਜਿਹੜੇ ਉਹਨਾਂ ਕੋਲ ਆਲਰੇਡੀ ਸਟੂਡੈਂਟ ਵੀਜ਼ਾ ਹੋਵੇ ਤੇ ਉਹ ਉਹਨਾਂ ਨੂੰ ਕਿਸੇ ਕਾਰਨ ਬਸ ਇੰਡੀਆ ਜਾਣਾ ਪਿਆ ਹੋਵੇ, ਕੁਝ ਅਜਿਹੇ ਲੋਕ ਵੀ ਹੈਗੇ ਆ? ਜੀ, ਮੈਂ ਜਿਵੇਂ ਦੱਸਿਆ ਨਾ, ਪਿਛਲੇ ਸਾਲ ਦਾ ਡਾਟਾ ਸੀਗਾ ਕਿ 1700 ਇੱਦਾਂ ਦੇ ਸੀਗੇ ਜਿਨ੍ਹਾਂ ਦਾ ਵੀਜ਼ਾ ਆਲਰੇਡੀ ਐਕਸਪਾਇਰ ਹੋ ਗਿਆ ਸੀਗਾ। ਉਹਨਾਂ ਨੂੰ ਇਮੀਗ੍ਰੇਸ਼ਨ ਵੱਲੋਂ ਕੋਈ ਅਪਡੇਟ ਨਹੀਂ ਮਿਲਿਆ। ਉਹਨਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਜਿਹੜੀ ਰਹਿੰਦੀ ਆਪਣੀ ਸਟੱਡੀ ਆ ਉਹ ਆਨਲਾਈਨ ਕੰਪਲੀਟ ਕਰ ਲਓ, ਬਟ ਉਹਦੇ 'ਚ ਵੀ ਇੱਕ ਟੈਕਨੀਕਲ ਕੁਝ ਹੈਗਾ ਆ ਕਿ ਤੁਸੀਂ ਦੇਖੋ ਕਿ ਪੋਸਟ ਸਟੱਡੀ ਵਰਕ ਵੀਜ਼ਾ ਹੋਲਡਰਸ ਲਈ ਕੁਝ ਕੰਡੀਸ਼ਨਸ ਹੈ ਕਿ ਤੁਸੀਂ ਇੰਨੇ ਘੰਟੇ ਕੰਟਰੀ ਦੇ ਵਿੱਚ ਅਗਰ ਸਟੱਡੀ ਕਰਦੇ ਆ ਤਾਂ ਹੀ ਤੁਸੀਂ ਉਹਦੇ ਵਾਸਤੇ ਕੁਆਲੀਫਾਈ ਹੋਵੋਗੇ ਜੀ ਨਾ। ਸੋ ਇਸ ਅੰਡਰ ਸਪੈਸ਼ਲ ਸਰਕਮਟੈਂਸਿਸ, ਐਂਡ ਇੱਥੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਸਪੈਸ਼ਲ ਪਾਵਰਸ ਦਿੱਤੀਆਂ ਹੋਈਆਂ ਇਹਨੂੰ ਮੈਨੇਜ ਕਰਨ ਦੇ ਵਾਸਤੇ। ਸੋ ਆਈ ਡੋਂਟ ਨੋ ਕਿ ਉਹ ਆਪਣੀਆਂ ਪਾਵਰਸ ਨੂੰ ਵੀ ਕਿਉਂ ਨਹੀਂ ਯੂਜ਼ ਕਰ ਰਹੇ, ਜਾਂ ਉਹਨਾਂ ਨੂੰ ਉੱਪਰੋਂ ਇੰਸਟਰਕਸ਼ਨਸ ਨਹੀਂ ਹੈ, ਜਾਂ ਕੀ ਇੰਸਟਰਕਸ਼ਨਸ ਹੈ ਉਹਨਾਂ ਨੂੰ ਉੱਪਰੋਂ ਕਿ ਸਪੈਸ਼ਲ ਪਾਵਰਸ ਅਗਰ ਉਹ ਯੂਜ਼ ਕਰਨ ਤੇ ਇਹਨਾਂ ਨੂੰ ਐਟਲੀਸਟ ਕੋਈ ਅਸ਼ੋਰੈਂਸ ਦਿੱਤੀ ਜਾਣੀ ਚਾਹੀਦੀ ਹੈ, ਔਰ ਦੇਣੀ ਵੀ ਚਾਹੀਦੀ ਹੈ ਕਿ ਜਿਵੇਂ ਨਿਊਜ਼ੀਲੈਂਡ ਨੇ ਕੋਵਿਡ 'ਚ ਆਪਣਾ ਨਾਮ ਬਣਾਇਆ ਕਿ ਕੋਵਿਡ ਫ੍ਰੀ ਕੰਟਰੀ ਹੋ ਗਿਆ ਨਾ। ਤੇ ਹੁਣ ਹਾਲਾਤ ਕੀ ਹੈ ਇਸ ਵੇਲੇ ਜਿਹੜੇ ਨਿਊਜ਼ੀਲੈਂਡ ਦੇ ਕੋਵਿਡ ਦੇ ਹਾਲਾਤ ਕੀ ਨੇ ਜੀ? ਇਹ ਕੰਟਰੋਲਡ ਹੈ, ਵੈਰੀ ਵੈਲ ਕੰਟਰੋਲਡ ਸਿਚੁਏਸ਼ਨ। ਤੇ ਫਿਰ ਜੇ ਵੈਰੀ ਵੈਲ ਤੁਸੀਂ ਦੱਸ ਗਏ ਕੰਟਰੋਲਡ ਹੈ ਕੰਟਰੀ ਹੈ, ਕਾਫੀ ਵਧੀਆ ਪ੍ਰਸ਼ਾਸਨ ਇੱਥੋਂ ਦਾ ਮੰਨਿਆ ਜਾਂਦਾ, ਪਰ ਮਨੁੱਖੀ ਅਧਿਕਾਰ ਜਿਹੜੇ ਨਾਲ ਮਨੁੱਖੀ ਹੱਕਾਂ ਦੀਆਂ ਰਾਖੀ ਕਰਨ ਵਾਲੀਆਂ ਸੰਸਥਾਵਾਂ ਵੀ ਕੁਛ ਨਹੀਂ ਕਰ ਪਾ ਰਹੀਆਂ? ਬਿਲਕੁਲ ਨਹੀਂ ਕੁਛ ਕਰ ਪਾ ਰਹੀਆਂ, ਕਿਉਂਕਿ ਅੱਗੋਂ ਜਦੋਂ ਸਰਕਾਰ ਹੀ ਨਹੀਂ ਸੁਣ ਰਹੀ। ਜਿਵੇਂ ਇੱਥੇ ਮੈਨੇਜਡ ਆਈਸੋਲੇਸ਼ਨ ਸੀਗੀਆਂ, ਉਹਦਾ ਕਾਫੀ ਖਰਚਾ ਸੀਗਾ, ਉਹ ਵੀ ਸੁਪਰੀਮ ਸਿੱਖ ਸੁਸਾਇਟੀ ਨੇ ਕਿਹਾ ਸੀਗਾ ਕਿ ਅਸੀਂ ਪੇ ਕਰਾਂਗੇ
ਜੇ ਤੁਸੀਂ ਸਾਡੇ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਵਾਪਸ ਬੁਲਾਉਂਦੇ ਹੋ ਤੇ। ਸੋ ਇੰਨਾ ਵੀ ਕਰਨ ਦੀ ਬਜਾਏ, ਔਰ ਤੁਸੀਂ ਦੇਖੋਗੇ ਵੈਸੇ ਗੁਰਦੁਆਰਾ ਦੀ ਇਨਵੋਲਵਮੈਂਟ ਬੜੀ ਰਹੀ ਹੈ ਕੋਵਿਡ ਦੇ ਵਿੱਚ, ਕਿੰਨਾ ਇਹਨਾਂ ਨੇ ਹੈਲਪ ਕੀਤਾ ਹੈ ਲੋਕਾਂ ਨੂੰ, ਸਾਡੀ ਸੋਸਾਇਟੀ। ਲੰਗਰ ਵਗੈਰਾ ਘਰ ਘਰ ਤੱਕ ਪਹੁੰਚਾਉਣ ਦੀਆਂ ਖਬਰਾਂ ਵੀ ਬਹੁਤ ਆਉਂਦੀਆਂ ਸੀ। ਹਾਂਜੀ ਹਾਂਜੀ ਹਾਂਜੀ, ਹਾਂ। ਤੇ ਫਿਰ ਵੀ ਉਹਨਾਂ ਨੇ ਸ਼ਾਇਦ ਇਸ ਕਮਿਊਨਿਟੀ ਨੂੰ ਐਪਰੀਸ਼ੀਏਟ ਨਹੀਂ ਕੀਤਾ ਕਿ ਇਹਨਾਂ ਦੀ ਇੰਨੀ ਜ਼ਿਆਦਾ ਇਨਵੋਲਵਮੈਂਟ ਰਹੀ ਹੈ ਤੇ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਉਹਨਾਂ ਦੀ। ਉਹ ਸ਼ਾਇਦ ਉਹੀ ਇਨਵੋਲਵਮੈਂਟ ਅਗਰ ਦੇਖਦੇ ਤੇ ਉਹਦੀ ਐਪਰੀਸੀਏਸ਼ਨ 'ਚ ਹੀ ਕੁਛ ਅਗਰ ਕਰਦੇ ਤੇ ਇਹ ਆਪਣੇ ਟੈਂਪਰੇਰੀ ਵੀਜ਼ਾ ਹੋਲਡਰਸ ਲਈ ਕੋਈ ਅਨਾਊਂਸਮੈਂਟ ਕਰਦੇ। ਬਟ ਵੈਰੀ ਵੈਰੀ ਸੈਡ ਮੈਂ ਕਹੂੰਗੀ ਕਿ ਡਿਪਾਰਟਮੈਂਟ ਤੋਂ ਕੋਈ ਜਵਾਬ ਨਹੀਂ, ਸਰਕਾਰ ਵੱਲੋਂ ਕੋਈ ਜਵਾਬ ਨਹੀਂ, ਇਮੀਗ੍ਰੇਸ਼ਨ ਮਿਨਿਸਟਰ ਨੇ ਕੋਈ ਅਨਾਊਂਸਮੈਂਟ ਨਹੀਂ ਕੀਤੀ, ਕੋਈ ਉਹਨਾਂ ਨੇ ਉਹ ਆਪਣੇ ਜਿਹੜੇ ਸਪੈਸ਼ਲ ਪਾਵਰਸ ਦਿੱਤੀਆਂ ਸੀ ਕੋਈ ਯੂਜ਼ ਨਹੀਂ ਉਹਨਾਂ ਨੇ ਕੀਤਾ। ਕੀ ਤੁਸੀਂ ਕਦੇ ਆਪਣੇ ਤੌਰ ਦੇ ਉੱਤੇ, ਜਿਵੇਂ ਤੁਸੀਂ ਪ੍ਰਿੰਸੀਪਲ ਹੈਗੇ ਹੋ ਤੇ ਤੁਸੀਂ ਮੈਨੂੰ ਪਤਾ ਵੀ ਸੋਸ਼ਲ ਐਕਟਿਵਿਸਟ ਵੀ ਹੈਗੇ ਹੋ, ਤੇ ਕਦੇ ਤੁਸੀਂ ਟਰਾਈ ਕੀਤੀ ਆਪਣੇ ਤੌਰ ਤੇ ਪਰਸਨਲ ਤੌਰ ਤੇ ਈਮੇਲ ਵਗੈਰਾ ਕਿਸੇ ਡਿਪਾਰਟਮੈਂਟ ਨੂੰ ਲਿਖਣ ਦੀ ਵੀ ਸਾਡੇ ਭਾਈਚਾਰੇ ਦੇ ਨਾਲ ਸੰਬੰਧਿਤ ਇਹ ਲੋਕ ਨੇ, ਇਹਨਾਂ ਨੂੰ ਕੰਸੀਡਰ ਕੀਤਾ ਜਾਵੇ? ਵੀ ਜੀ ਮੈਂ ਤਾਂ ਇੱਕ ਇੰਟਰਵਿਊ ਵੀ ਕੀਤੀ ਸੀਗੀ ਇਮੀਗ੍ਰੇਸ਼ਨ ਮਿਨਿਸਟਰ ਨਾਲ, ਔਰ ਪਿਛਲੇ ਲੰਬੇ ਟਾਈਮ ਤੋਂ ਮੈਂ ਹੁਣ ਵੇਟ ਕਰ ਰਹੀ ਹਾਂ, ਆਪਣੀ ਰਿਕੁਐਸਟ ਪਾ ਰਹੀ ਹਾਂ, ਬਹੁਤ ਸਾਰੀਆਂ ਈਮੇਲਸ, ਤੇ ਕਿਸੇ ਦਾ ਵੀ ਕੋਈ ਹਾਲੇ ਜਵਾਬ ਨਹੀਂ ਆਇਆ। ਹੁਣ ਜੇ ਅਸੀਂ ਇਹ ਗੱਲ ਕਿ ਜਿਹੜੇ ਉਹ ਸਾਡੇ ਭਾਈਚਾਰੇ ਨਾਲ ਸੰਬੰਧਿਤ ਬੱਚੇ ਨੇ ਇੰਡੀਆ ਵਿੱਚ ਰਹਿ ਰਹੇ ਨੇ, ਉਹਨਾਂ ਦੀ ਹਾਲਤ ਕਾਫੀ ਤਰਸਯੋਗ ਹੈ। ਹੁਣ ਉਹ ਥ੍ਰੈਟ ਕਰਦੇ ਵੀ ਸਾਡੇ ਕੋਲ ਸਿਰਫ ਭੁੱਖ ਹੜਤਾਲ, ਸੁਸਾਈਡ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਬਚਦਾ। ਤੁਸੀਂ ਉਹਨਾਂ ਨੂੰ ਕੀ ਸਲਾਹ ਦਿਓਗੇ? ਮੈਂ ਉਹਨਾਂ ਨੂੰ, ਜਿਵੇਂ ਅਸੀਂ ਪਿਛਲੀ ਵਾਰੀ ਵੀ ਗੱਲ ਕਰਦੇ ਹੁੰਦੇ ਕਿ ਅਸੀਂ ਬੜੀ ਚੜ੍ਹਦੀ ਕਲਾ ਵਾਲੀ ਕੌਮ ਆ, ਤੇ ਏਦਾਂ ਹੈ ਨਾ ਪੰਜਾਬੀ ਹੋ ਕੇ ਏਦਾਂ ਦੀ ਭੁੱਖ ਹੜਤਾਲ ਤੇ ਵੀ ਮੇਰੀ ਵੀ ਕਿਸੇ ਨਾਲ ਗੱਲ ਹੋਈ ਸੀ। ਇਹ ਵਾਲਾ ਫੈਸਲਾ ਹਾਲੇ ਨਹੀਂ ਲੈਣਾ ਚਾਹੀਦਾ, ਆਪਾਂ ਨੂੰ ਹੋਪ ਰੱਖਣੀ ਚਾਹੀਦੀ ਹੈ। ਬਾਕੀ ਆਪਾਂ ਵੀ ਅਪੀਲ ਕਰ ਰਹੇ ਹਾਂ ਕਿ ਸਾਰੀਆਂ ਐਸੋਸੀਏਸ਼ਨਸ ਜਿਹੜੀਆਂ ਨਿਊਜ਼ੀਲੈਂਡ ਦੀਆਂ, ਜਿਹੜੀਆਂ ਆਪਣੇ ਇੰਡੀਅਨ ਭਾਈਚਾਰੇ ਨਾਲ ਸੰਬੰਧਿਤ ਆ, ਸਾਰੇ ਇਕੱਠੇ ਹੋਣ ਤੇ ਇਕੱਠੇ ਹੋ ਕੇ ਇੱਕ ਆਪਾਂ ਹੰਬਲਾ ਮਾਰੀਏ ਕਿ ਆਪਣੇ ਜਿਹੜੇ ਉੱਥੇ ਲੋਕ ਫਸੇ ਹੋਏ ਆ ਉਹਨਾਂ ਨੂੰ ਅਸੀਂ ਲੈ ਕੇ ਆਈਏ, ਕਿਉਂਕਿ ਇਹੀ ਸਾਡੀ ਹਿਸਟਰੀ ਆ ਕਿ ਅਸੀਂ ਹਮੇਸ਼ਾ ਹੀ ਜਦੋਂ ਇਕੱਠੇ ਹੁੰਦੇ ਹਾਂ ਅਸੀਂ ਹਮੇਸ਼ਾ ਹੀ ਜਿੱਤ ਪ੍ਰਾਪਤ ਕਰਦੇ ਹਾਂ। ਤੇ ਉਹਨਾਂ ਨੂੰ ਮੈਂ ਕਹੂੰਗੀ ਕਿ ਸਾਡੇ ਤੇ ਤੁਸੀਂ ਭਰੋਸਾ ਰੱਖੋ ਤੇ ਇੱਕ ਆਪਣੀ ਆਸ ਵੀ ਬਣਾਈ ਰੱਖੋ, ਇੱਕ ਉਮੀਦ ਨਹੀਂ ਟੁੱਟਣੀ ਚਾਹੀਦੀ, ਉਮੀਦ ਆਪਣੀ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਸਾਨੂੰ ਹਾਲੇ ਨਾ ਨਹੀਂ ਹੋਈ ਜੀ। ਇਹ ਠੀਕ ਹੈ ਕਿ ਉਹਨਾਂ ਨੇ ਕੋਈ ਅਨਾਊਂਸਮੈਂਟ ਨਹੀਂ ਕੀਤੀ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਸਾਨੂੰ ਨਾ ਵੀ ਨਹੀਂ ਹੋਈ। ਸੋ ਇਸ ਕਰਕੇ ਸਾਨੂੰ ਪੋਜ਼ੀਟਿਵ ਰਹਿਣਾ ਚਾਹੀਦਾ ਹੈ ਬਿਲਕੁਲ। ਤੇ ਬਿਲਕੁਲ ਮੈਂ ਅੰਡਰਸਟੈਂਡ ਕਰਦੀ ਹਾਂ ਕਿ ਬਹੁਤ ਸਾਰੇ ਸਟ੍ਰੈਸ ਦੇ ਵਿੱਚੋਂ ਉਹ ਲੰਘ ਰਹੇ ਨੇ ਤੇ ਨੈਗੇਟਿਵ ਥਾਟਸ ਆਉਂਦੇ ਆ, ਬਟ ਉਹ ਨੈਗੇਟਿਵ ਥਾਟਸ ਨਹੀਂ ਆਉਣੇ ਚਾਹੀਦੇ। ਅਸੀਂ ਤੁਹਾਡੇ ਨਾਲ ਹਾਂ। ਤੁਹਾਡਾ ਧੰਨਵਾਦ ਜੀ। ਤੁਸੀਂ ਜਦੋਂ ਇਹੋ ਜਿਹੀ ਸਲਾਹ ਦਿੰਦੇ ਹੋ ਸਾਡੇ ਉਸ ਭਾਈਚਾਰੇ, ਸਾਡੇ ਬੱਚਿਆਂ ਨੂੰ, ਤਾਂ ਨੈਚੁਰਲੀ ਉਹਨਾਂ ਦੇ ਵਾਸਤੇ ਇਹ ਖਬਰ ਇੱਕ ਚੰਗੀ ਖਬਰ ਹੋ ਸਕਦੀ ਹੈ। ਤੇ ਅਸੀਂ ਵੀ ਪੰਜਾਬੀ ਲੋਕ ਚੈਨਲ ਦੇ ਰਾਹੀਂ ਅਪੀਲ ਕਰਦੇ ਹਾਂ, ਜੋ ਵੀ ਇਸ ਮੁੱਦੇ ਨੂੰ, ਚਾਹੇ ਇੰਡੀਆ ਵਿੱਚ ਵਸਦੇ ਕੋਈ ਰਾਜਨੀਤਿਕ ਪਾਰਟੀ ਹੋਵੇ, ਚਾਹੇ ਨਿਊਜ਼ੀਲੈਂਡ ਸਰਕਾਰ ਹੋਵੇ, ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਦੇ ਕੇਸ ਨੂੰ ਕੰਸੀਡਰ ਕਰਨਾ ਚਾਹੀਦਾ। ਤੇ ਇਹ ਸਾਡੀ ਦਿਲੋਂ ਅਰਦਾਸ ਹੈ। ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਵੀ ਤੁਸੀਂ ਆਪਣਾ ਸਮਾਂ ਕੱਢਿਆ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।